ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਮੈਂ ਰਵਨੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ। ਪਿਛਲੇ ਦਿਨੀ ਕੇਂਦਰੀ ਵਿੱਤ ਮੰਤਰੀ ਨੇ ਬਜਟ ਪੇਸ਼ ਕੀਤਾ। ਇਸ ਵਿੱਚ ਖੇਤੀ ਅਤੇ ਕਿਸਾਨਾਂ ਸੰਬੰਧੀ ਕੁਝ ਨਵਾਂ ਹੋਣ ਬਾਰੇ ਉਮੀਦਾਂ ਨੂੰ ਬੂਰ ਨਹੀਂ ਪਿਆ। ਇਸ ਲਈ ਸੰਸਦ ਦੇ ਅੰਦਰ ਹੋਵੇ ਜਾਂ ਬਾਹਰ ਕਿਸਾਨ ਅੰਦੋਲਨ ਦਾ ਮੁੱਦਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋ ਅਸੀਂ ਵੀ ਅੱਜ ਇਸੇ ਬਾਰੇ ਗੱਲ ਕਰਾਂਗੇ। ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਹਮੀਰ ਸਿੰਘ ਜੀ ਸਾਡੇ ਨਾਲ ਇਸ ਬਾਰੇ ਚਰਚਾ ਕਰਨਗੇ। ਸਵਾਗਤ ਹੈ ਸਰ ਤੁਹਾਡਾ। ਜੀ ਸ਼ੁਕਰੀਆ ਰਵਨੀਤ। ਸਰ ਸਵਾਲ ਇਹ ਹੈ, ਅੱਜ ਦੇਸ਼ ਦੇ ਖੇਤੀ ਮੰਤਰੀ ਨੇ ਸੰਸਦ ਵਿੱਚ ਕਿਹਾ ਕਿ ਇਹ ਸਿਰਫ ਇੱਕ ਸੂਬੇ ਦਾ ਅੰਦੋਲਨ ਹੈ। ਸਰਕਾਰ ਵੱਲੋਂ ਖੇਤੀ ਕਾਨੂੰਨਾਂ 'ਚ ਸੋਧਾਂ ਦੀ ਪੇਸ਼ਕਸ਼ ਕਰਨ ਦਾ ਮਤਲਬ ਵੀ ਇਹ ਨਹੀਂ ਕਿ ਕਾਨੂੰਨਾਂ 'ਚ ਕੁਝ ਗਲਤ ਹੈ। ਤਾਂ ਫਿਰ ਇਹਦਾ ਕੀ ਮਤਲਬ ਕੱਢਿਆ ਜਾਵੇ? ਬਿਲਕੁਲ ਇੱਕ ਗੱਲ ਕਈ ਵਾਰ ਇਹ ਹੁੰਦਾ ਸੀ, ਇੱਕ ਮਰਿਆਦਾ ਪਿਛਲੇ ਕਾਫੀ ਸਮੇਂ ਤੱਕ ਰਹੀ ਕਿ ਸੰਸਦ ਜਾਂ ਵਿਧਾਨ ਸਭਾਵਾਂ ਇੱਕ ਪਵਿੱਤਰ ਸਦਨ ਨੇ, ਘੱਟੋ ਘੱਟ ਉੱਥੇ ਸਹੀ ਗੱਲ ਬੋਲਣ ਦੀ ਇੱਕ ਰਵਾਇਤ ਰਹੀ ਹੈ ਬੜੀ, ਕਿ ਬਾਹਰ ਜੋ ਮਰਜ਼ੀ ਬੋਲਦੇ ਸੀ ਆਗੂ ਸਟੇਜਾਂ ਦੇ ਉੱਤੇ, ਪਰ ਪਾਰਲੀਮੈਂਟ ਦੇ ਅੰਦਰ ਜ਼ਰੂਰ ਠੀਕ ਬੋਲਦੇ ਸੀ। ਔਰ ਇਹ ਗੱਲ ਬਾਰ-ਬਾਰ ਦੁਹਰਾਉਣੀ, ਜਿਹੜੀ ਪਹਿਲਾਂ ਜਦੋਂ ਇਹ 5 ਮਹੀਨੇ ਪਹਿਲਾਂ ਜਦੋਂ ਅੰਦੋਲਨ ਦੀ ਅਜੇ ਸ਼ੁਰੂਆਤ ਹੋਈ ਸੀ, ਉਦੋਂ ਤੋਂ ਹੀ ਸਰਕਾਰੀ ਆਦਮੀ ਇਹ ਗੱਲ ਬੋਲਦੇ ਆ ਰਹੇ ਨੇ ਕਿ ਇਹ ਇੱਕ ਸੂਬੇ ਦਾ ਅੰਦੋਲਨ ਹੈ, ਇਹ ਪੰਜਾਬ ਦਾ ਅੰਦੋਲਨ ਹੈ। ਉਦੋਂ ਬਾਅਦ ਜਦੋਂ ਦਿੱਲੀ ਵੀ ਸ਼ਿਫਟ ਹੋ ਗਿਆ, ਦਿੱਲੀ ਦੇ ਵਿੱਚ ਨਾਲ ਹਰਿਆਣਾ ਵੀ ਚਲਾ ਗਿਆ, ਬਲਕਿ ਸਾਰੇ ਜਿਹੜੇ ਨਾਕੇ ਸੀ ਹਰਿਆਣਾ ਨੇ ਪਹਿਲਾਂ ਤੋੜੇ 25 ਤਰੀਕ ਨੂੰ, 25 ਨਵੰਬਰ ਨੂੰ। ਪੰਜਾਬ ਉਦੋਂ ਬਾਅਦ 26 ਨੂੰ ਗਿਆ। ਫਿਰ ਵੀ ਉਹ ਕਹਿੰਦੇ ਰਹੇ ਪੰਜਾਬ ਦਾ ਅੰਦੋਲਨ ਹੈ। ਉਸ ਤੋਂ ਬਾਅਦ ਲਗਾਤਾਰ ਫਿਰ ਇੱਕੋ ਹੀ ਗੱਲ ਇਹ ਕਹਿੰਦੇ ਰਹੇ ਲਗਾਤਾਰ ਕਿ ਅਸਲ ਦੇ ਵਿੱਚ ਤਾਂ ਜੇ ਦੂਜੇ ਸੂਬਿਆਂ ਤੋਂ ਵੀ ਕੋਈ ਬੰਦੇ ਆਏ ਨੇ, ਹਰਿਆਣੇ ਤੋਂ ਆਏ ਜਾਂ ਉੱਤਰਾਖੰਡ ਤੋਂ ਆਏ ਜਾਂ ਰਾਜਸਥਾਨ ਤੋਂ ਆਏ, ਯੂਪੀ ਤੋਂ ਆਏ, ਉਹ ਵੀ ਪੰਜਾਬੀ ਉਹਨੇ ਕਹਿੰਦੇ। ਇਹਦਾ ਮਤਲਬ ਇਹ ਤਾਂ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਉਹ ਵੀ ਪੰਜਾਬੀ ਨੇ, ਤਾਂ ਇੱਕ ਸੂਬੇ ਦਾ ਅੰਦੋਲਨ ਤਾਂ ਉਦੋਂ ਨਹੀਂ ਸੀ। ਹੁਣ ਪਿੱਛੇ ਆ ਕੇ ਇੱਕ ਸੂਬੇ 'ਤੇ ਕਿਵੇਂ ਆ ਗਏ? ਪਹਿਲਾਂ ਤੁਸੀਂ ਕਹਿੰਦੇ ਪੰਜਾਬੀ ਇੱਕ ਕਮਿਊਨਿਟੀ ਦਾ ਅੰਦੋਲਨ ਹੈ। ਇਹ ਤੱਥਾਂ ਤੋਂ ਅੱਖਾਂ ਮੀਚ ਕੇ ਬਿਲਕੁਲ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਦੌਰ 'ਚ, ਟੀਵੀ ਦੇ ਦੌਰ 'ਚ, ਵੀਡੀਓਗ੍ਰਾਫੀ ਦੇ ਦੌਰ 'ਚ ਇਹ ਕਿਵੇਂ ਹਜਮ ਹੁੰਦਾ ਅਤੇ ਕਿਸ ਜ਼ਮੀਰ ਨਾਲ ਲੋਕ ਕਹਿੰਦੇ ਨੇ, ਜਦੋਂ ਖਾਸ ਤੌਰ 'ਤੇ 26 ਤਰੀਕ ਤੋਂ ਬਾਅਦ, 26 ਜਨਵਰੀ ਤੋਂ ਬਾਅਦ ਇੱਕ ਪੂਰਾ ਸ਼ਿਫਟ ਹੋ ਗਿਆ ਅੰਦੋਲਨ ਦਾ ਜਿਹੜਾ ਧੁਰ ਹੈ। ਪਹਿਲਾਂ ਉਹ ਸਿੰਘੂ ਬਾਰਡਰ ਸੀ, ਹੁਣ ਉਸ ਤੋਂ ਬਾਅਦ ਗਾਜੀਪੁਰ ਬਾਰਡਰ ਹੈ। ਗਾਜੀਪੁਰ ਪੰਜਾਬ 'ਚ ਪੈਂਦਾ, ਗਾਜੀਪੁਰ 'ਚ ਪੰਜਾਬ ਦੇ ਬੰਦੇ ਜਾਂਦੇ ਨੇ। ਅਤੇ ਹੁਣ ਅੰਦੋਲਨ ਹੀ ਬਲਕਿ ਜਿਹੜੀਆਂ ਖਾਪ ਪੰਚਾਇਤਾਂ ਅਤੇ ਮਹਾਂ ਪੰਚਾਇਤਾਂ ਦੇ ਰਾਹੀਂ 26 ਤੋਂ ਬਾਅਦ ਤਾਂ ਲਗਾਤਾਰ ਯੂਪੀ, ਰਾਜਸਥਾਨ ਅਤੇ ਹਰਿਆਣੇ 'ਚ ਕੇਂਦਰਿਤ ਹੋ ਗਿਆ, ਉਦੋਂ ਵੀ ਜ਼ਿਆਦਾ। ਅਤੇ ਉਹਨੂੰ ਵੀ ਮੰਨਣ ਨਾ ਮੰਨਣਾ, ਮਤਲਬ ਇਹਦੇ 'ਚੋਂ ਕੀ ਮਾਨਸਿਕਤਾ ਤੈਅ ਹੁੰਦੀ ਹੈ? ਇੱਕ ਤਾਂ ਹੁੰਦੀ ਮੈਂ ਨਾ ਮੰਨੂ। ਮੈਨੂੰ ਲੱਗਦਾ ਕਿ ਚੁਣੀਆਂ ਹੋਈਆਂ ਸਰਕਾਰਾਂ ਜਮਹੂਰੀਅਤ ਦੇ ਵਿੱਚ, ਔਰ ਇਹ ਤਾਂ ਗਲਤ ਬਿਆਨੀ ਦੇ ਕਰਕੇ, ਜੇਕਰ ਅੱਗੇ ਹੁੰਦਾ ਸੀ ਕਿ ਲੋਕ ਜਿਹੜਾ ਪਾਰਲੀਮੈਂਟ ਦੇ ਵਿੱਚ ਗਲਤ ਫੈਕਟ ਦੇਣ ਦੇ ਲਈ ਉਹਨਾਂ ਦੇ ਖਿਲਾਫ ਕਾਰਵਾਈ ਦਾ ਇੱਕ ਜਿਹੜਾ ਨੋਟਿਸ ਦੇ ਦਿੰਦੇ ਸੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਨਹੀਂ ਸਾਬਤ ਕਰੋ ਆਪਣੀ ਗੱਲ ਨੂੰ ਜਿਹੜੀ ਵੀ ਹੈ। ਇਸ ਲਈ ਮੰਤਰੀ ਦੀ ਗੱਲ ਦੇ ਵਿੱਚ ਵਜਨ ਨਹੀਂ ਹੈ, ਨਾ ਤੱਥ ਉਹਦੇ ਨਾਲ ਮੈਚ ਕਰਦੇ ਨੇ, ਨਾ ਕੋਈ ਉਹ ਦਲੀਲ ਹੈ। ਦੂਜੀ ਗੱਲ ਜਿਹੜੀ ਇਹ ਕੀਤੀ ਕਿ ਜੀ ਜਿਹੜੇ ਕਾਨੂੰਨ ਨੇ ਇਹ ਤਾਂ ਬਿਲਕੁਲ ਠੀਕ ਨੇ। ਜਿਹੜੀਆਂ ਅਸੀਂ ਕਿਸਾਨ 11 ਦੌਰ ਦੀ ਮੀਟਿੰਗ ਕਿਸਾਨਾਂ ਨਾਲ ਹੋਈ, ਉਹਦੇ ਵਿੱਚ ਜਿਹੜੀ ਗੱਲਬਾਤ ਦੇ ਦੌਰਾਨ ਅਸੀਂ 1 ਦਰਜਨ ਦੇ ਕਰੀਬ ਸੋਧਾਂ ਨੂੰ ਮੰਨਿਆ। ਇਹਦਾ ਮਤਲਬ ਇਹ ਨਹੀਂ ਕਿ ਕਾਨੂੰਨ 'ਚ ਕੋਈ ਨੁਕਸ ਹੈ। ਇੱਕ ਉਹਨੇ ਹੋਰ ਗੱਲ ਮੰਤਰੀ ਨੇ ਕਹੀ ਕਿ ਮੈਨੂੰ ਨਹੀਂ ਸਮਝ ਆ ਰਿਹਾ ਕਿ ਕਾਲੇ ਕਾਨੂੰਨ ਵਿੱਚ ਕਾਲਾ ਕੀ ਹੈ ਅਸਲ ਦੇ ਵਿੱਚ। ਅਸਲ 'ਚ ਮੈਨੂੰ ਇਹ ਲੱਗਦਾ ਵੀ ਕਾਲਾ ਕੀ ਹੈ ਨਾ, ਇਹ ਇੱਕ ਚੀਜ਼ ਦਾ ਮੁਕਾਬਲਾ ਕਰਨਾ ਹੁੰਦਾ। ਕਾਲਾ ਇਹ ਨਹੀਂ, ਅੱਗੇ ਕਹਿੰਦੇ ਹੁੰਦੇ ਸੀ ਜਦੋਂ ਆਜ਼ਾਦੀ ਵੇਲੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਅਤੇ ਗਦਰੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੰਦੇ ਸੀ। ਇਹਦਾ ਮਤਲਬ ਇਹ ਨਹੀਂ ਕਿ ਉਹ ਕਾਲਾ ਪਾਣੀ ਹੈ ਉੱਥੇ, ਉਹ ਹੁਣ ਹਿੰਦੁਸਤਾਨ ਦਾ ਹਿੱਸਾ ਹੀ ਹੈ, ਉਹ ਸਾਰਾ ਜਾਣਦੇ ਨੇ, ਪਾਣੀ ਤਾਂ ਉੱਥੇ ਚੰਗਾ ਹੈ। ਕਾਲੇ ਪਾਣੀ ਦਾ ਮਤਲਬ ਇਹ ਹੁੰਦਾ ਸੀ ਕਿ ਉੱਥੇ ਚਲੇ ਜਾਣਗੇ ਜਿੱਥੇ ਨਾ ਦਲੀਲ, ਨਾ ਅਪੀਲ, ਨਾ ਮੁੜ ਸਕਦਾ ਬੰਦਾ, ਨਾ ਕੋਈ ਮੁਲਾਕਾਤ ਕਰ ਸਕਦਾ, ਤੁਹਾਡਾ ਕੱਟ ਆਫ ਹੋ ਜਾਂਦਾ ਸਾਰਾ। ਇਹ ਕਾਲੇ ਕਾਨੂੰਨ ਇਸ ਕਰਕੇ ਨੇ ਲਿਖੇ, ਤਾਂ ਉਹੀ ਸ਼ਾਹੀ ਨਾਲ ਜਾਂਦੇ ਨੇ ਸਾਰੇ ਕਾਲੇ ਨਾਲ। ਸਭ ਤੋਂ ਪਹਿਲਾ ਕੁਐਸਚਨ ਇਹ ਪੈਦਾ ਕੀਤਾ ਕਿ ਤੁਸੀਂ ਜਿਹੜੇ ਪੁਰਾਣਾ ਸਟੇਟ ਦੇ ਚੱਲ ਰਹੇ ਮੰਡੀ ਦੇ ਤੰਤਰ ਨੂੰ ਬਰਬਾਦ ਕਰ ਰਹੇ ਹੋ। ਤੁਸੀਂ ਪ੍ਰਾਈਵੇਟ ਪਲੇਅਰ ਨੂੰ ਜਿੱਥੋਂ ਮਰਜ਼ੀ ਬਿਨਾਂ ਇੱਕ ਵੀ ਟੈਕਸ ਲਾਏ, ਬਿਨਾਂ ਕਿਸੇ ਰਜਿਸਟ੍ਰੇਸ਼ਨ ਤੋਂ, ਕੇਵਲ ਪੈਨ ਕਾਰਡ ਰਾਹੀਂ ਸਭ ਕੁਝ ਖਰੀਦ ਦੇਣ ਦੀ ਇਜਾਜ਼ਤ ਦੇ ਰਹੇ ਹੋ। ਇਹ ਜਿਹੜੀ ਖੁੱਲ੍ਹੀ ਇਜਾਜ਼ਤ ਹੁੰਦੀ ਹੈ ਤਾਂ ਫਿਰ ਕਿਵੇਂ ਹੋਏਗਾ? ਤਾਂ ਮੰਡੀ ਉੱਜੜ ਜਾਏਗੀ। ਤਾਂ ਲੋਕਾਂ ਲਈ ਤਾਂ ਕਾਲਾ ਕਾਨੂੰਨ ਹੈ ਨਾ, ਕਿ ਜਿਹੜੇ ਬੰਦਿਆਂ ਦੀ ਰੋਜੀ ਰੋਟੀ ਚਲੀ ਜਾਏਗੀ, ਅਤੇ ਜਿਹੜੇ ਲੋਕਾਂ ਨੂੰ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਦੀ ਜ਼ਮੀਨ ਦੇਣਾ ਚਾਹੁੰਦੇ ਹੋ। ਅਗਲੀ ਗੱਲ ਜ਼ਰੂਰੀ ਸੇਵਾਵਾਂ ਦਾ ਵਸਤਾਂ ਦਾ ਮਾਮਲਾ ਹੈ। ਤੁਸੀਂ ਜਿੰਨਾ ਮਰਜ਼ੀ ਸਟੋਰ ਕੋਈ ਕਰ ਲਏਗਾ,
ਤੇ ਲੋਕਾਂ ਲਈ ਤਾਂ ਕਾਲਾ ਹੀ ਹੈ, ਉਹਦੇ ਕੋਲ ਸਟੋਰ ਭਰਿਆ ਪਿਆ ਤੇ ਲੋਕ ਤਰਾਹ ਤਰਾਹ ਕਰ ਰਹੇ ਨੇ, ਉਹਨਾਂ ਨੂੰ ਖਾਣ ਨੂੰ ਨਾ ਆਲੂ ਮਿਲ ਰਿਹਾ 100 ਰੁਪਏ ਕਿਲੋ ਤੋਂ ਘੱਟ, ਨਾ ਪਿਆਜ਼ ਮਿਲ ਰਿਹਾ 100 ਰੁਪਏ ਤੋਂ ਘੱਟ, ਤਾਂ ਹੋਰ ਕਾਲਾ ਉਹਨਾਂ ਲਈ ਕੀ ਦਿਨ ਆਊਗਾ ਤੇ ਕੀ ਕਾਲਾ ਦਿਨ ਹੋਏਗਾ ਤੇ ਕੀ ਕਾਲੇ ਕਾਨੂੰਨ ਹੋਣਗੇ? ਉਹਨਾਂ ਦਾ ਜਵਾਬ ਤੁਹਾਡੇ ਕੋਲ ਕੋਈ ਨਹੀਂ ਹੈ। ਤੇ ਇਸ ਕਰਕੇ ਜਿਹੜੀ ਇਹ ਬਿਆਨੀ ਇਸ ਲੈਵਲ ਤੇ ਕੀਤੀ ਜਾ ਰਹੀ ਹੈ। ਤੇ ਦੂਜੀ ਗੱਲ ਇਹ ਹੈ ਕਿ ਲਗਭਗ 2.5 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਲੱਖਾਂ ਦੀ ਗਿਣਤੀ 'ਚ ਕਿਸਾਨ ਬੈਠਾ ਹੈ, ਉਹਨੂੰ ਤੁਸੀਂ ਬੇਵਕੂਫ ਸਮਝਦੇ ਹੋ? ਉਹਦਾ ਕੋਈ ਦਰਦ ਹੋਏਗਾ, ਉਹਦੀ ਕੋਈ ਕਹਾਣੀ ਹੋਏਗੀ ਜਿਹਨੂੰ ਤੁਸੀਂ ਹੁਣ ਤੱਕ ਸਮਝਣਾ ਸੀ, ਤੁਸੀਂ ਸਮਝ ਕੇ ਵੀ ਨਾ ਸਮਝਣ ਦੀ ਜਿਹੜੀ ਇੱਕ ਹਿਮਾਕਤ ਕਰ ਰਹੇ ਹੋ, ਜਿਹੜੀ ਇੱਕ ਬੜੀ ਗਲਤ ਮੈਸੇਜ ਦੇ ਰਹੀ ਹੈ ਕਿ ਤੁਸੀਂ ਤਾਨਾਸ਼ਾਹ ਦੀ ਤਰ੍ਹਾਂ ਬਿਹੇਵ ਕਰ ਰਹੇ ਹੋ ਕਿ ਮੈਂ ਨਹੀਂ ਸਮਝਣਾ ਚਾਹੁੰਦਾ, ਤੁਸੀਂ ਜੋ ਮਰਜ਼ੀ ਕਹੀ ਜਾਓ, ਮੇਰਾ ਕੋਈ ਗੱਲਾਂ ਕਦੇਗਾ ਨਹੀਂ। ਆਫਟਰ ਆਲ ਤੁਸੀਂ ਲੌਜੀਕਲੀ ਗੱਲਾਂ ਕੀਤੀਆਂ, ਉਹਨਾਂ ਨੇ ਤੁਹਾਡੇ ਸਾਹਮਣੇ ਦਲੀਲ ਰੱਖੀ, ਤੁਸੀਂ ਉਹਨਾਂ ਦੀ ਸੁਣੀ, ਉਦੋਂ ਬਾਅਦ ਤੁਸੀਂ ਕਿਹਾ ਕਿ ਸੋਧ ਕਰ ਲਓ। ਜੇ ਫਿਰ ਵੀ ਨਹੀਂ ਮੰਨਦੇ, ਇਸ ਕਰਕੇ ਇਹ ਜਿਹੜਾ ਬਿਰਤਾਂਤ ਸਿਰਜਿਆ ਜਾ ਰਿਹਾ ਕੇਂਦਰ ਸਰਕਾਰ ਵੱਲੋਂ, ਉਹ ਹਠੀ ਹੰਕਾਰੀ ਤੇ ਉਸ ਲੈਵਲ ਦਾ ਸਿਰਜਿਆ ਜਾ ਰਿਹਾ। ਤੇ ਇਸੇ ਕਰਕੇ ਬਜਟ ਵੀ ਜਿਹੜਾ ਉਹ ਪੂਰੀ ਤਰ੍ਹਾਂ ਕਾਰਪੋਰੇਟ ਦੇ ਫੇਵਰ 'ਚ ਹੈ। ਤੇ ਲੋਕਾਂ ਨੂੰ ਇਹ ਗੱਲ ਜੱਜ ਚੁੱਕੀ ਹੈ ਕਿ ਮੋਦੀ ਸਰਕਾਰ ਕੇਵਲ ਸਾਂਝੇ ਸਾਹਮਣੇ ਇੱਕ ਚਿਹਰੇ ਦੇ ਰੂਪ ਦੇ ਵਿੱਚ ਆ ਰਹੀ ਹੈ, ਉਹਦੇ ਪਿੱਛੇ ਕਾਰਪੋਰੇਟ ਦੀ ਪੂੰਜੀ ਖੜੀ ਹੈ ਬੜੀ ਵੱਡੀ, ਜਿਹੜੀ ਪੂੰਜੀ ਦੇ ਕਰਕੇ ਉਹ ਇਹਦੇ ਤੋਂ ਪਿੱਛੇ ਨਹੀਂ ਹਟਣ ਦੇ ਰਹੀ ਉਹਨੂੰ, ਕਿਉਂਕਿ ਉਹਨਾਂ ਦੇ ਵਪਾਰ ਨੂੰ, ਉਹਨਾਂ ਦੇ ਮੁਨਾਫੇ ਨੂੰ ਸ਼ਾਇਦ ਕੋਈ ਘਾਟਾ ਪੈ ਜੇ। ਇਹ ਵੱਡਾ ਸਵਾਲ ਹੈ। ਹੋਰ ਇਦੋਂ ਪਹਿਲਾਂ ਵੀ ਬਹੁਤ ਸਾਰੇ ਆਪੋਜੀਸ਼ਨ ਦੇ ਬੰਦੇ ਬੋਲੇ ਨੇ ਜਿਨ੍ਹਾਂ ਨੇ ਇਕੱਲੀ ਇਕੱਲੀ ਗੱਲ ਕਹੀ ਹੈ ਕਿ ਕਿਉਂ ਗਲਤ ਹੈ, ਔਰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਉੱਥੇ ਕਿਲੇ ਬਣਾਤੇ ਨੇ, ਤੁਸੀਂ ਇੱਥੇ ਵੱਡੀਆਂ ਰੋਕਾਂ ਲਾਤੀਆਂ ਨੇ, ਕਿੱਲਾਂ ਖੜੀਆਂ ਕਰਤੀਆਂ ਨੇ, ਇਹ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕੋਈ ਵਿਦੇਸ਼ੀ ਜੰਗ ਹੋ ਰਹੀ ਹੈ ਵਿਦੇਸ਼ਾਂ ਨਾਲ, ਜਾਂ ਆਪਣੇ ਨਾਗਰਿਕਤਾ ਨਾਲ ਸਿੱਝਣ ਲਈ ਜੋ ਗੌਰਮੈਂਟ ਕਰ ਰਹੀ ਹੈ? ਇਹ ਕਾਫੀ ਖਤਰਨਾਕ ਰੁਝਾਨ ਹੈ। ਇਹ ਪਾਰਲੀਮੈਂਟ ਦੇ ਅੰਦਰ ਵੀ ਸਾਰੇ ਲੋਕਾਂ ਨੇ ਕਿਹਾ, ਪਰ ਅਜੇ ਤੱਕ ਗੌਰਮੈਂਟ ਅਡਿੱਗ ਹੰਕਾਰੀ ਐਂਗਲ ਤੋਂ ਉਹਨੂੰ ਮੰਨਣ ਲਈ ਤਿਆਰ ਨਹੀਂ ਹੈ। ਇਸ ਮੁੱਦੇ ਤੇ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਪ੍ਰਸਿੱਧ ਹਸਤੀਆਂ 'ਚ ਟਵਿੱਟਰ ਜੰਗ ਹੋਰ ਤੇਜ਼ ਹੋ ਗਈ ਹੈ। ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਵੀ ਇਸ ਤੇ ਟਿੱਪਣੀਆਂ ਕਰਨ ਲੱਗੀਆਂ ਨੇ। ਇਸ ਸਭ ਕੁਝ ਦਾ ਅੰਦੋਲਨ ਤੇ ਕੀ ਅਸਰ ਪੈ ਸਕਦਾ? ਬਿਲਕੁਲ, ਸਗੋਂ ਇਹ ਹੋ ਗਿਆ ਕਿ CNN ਦੇ ਮੁਖੀ ਨੇ ਇੱਕ ਆਰਟੀਕਲ ਲਿਖਿਆ ਸੀ, ਉਦੋਂ ਬਾਅਦ ਕੁਝ ਹਸਤੀਆਂ ਨੇ ਉਹਦੇ ਤੇ ਟਵੀਟ ਕੀਤਾ। ਟਵੀਟ ਦੇ ਵਿੱਚ ਉਹ ਕੁੜੀ ਰਿਹਾਨਾ ਜਿਹੜੀ ਹੈ ਉਹ ਵੀ ਹੈ, ਤੇ ਦੂਸਰੀ ਜਿਹੜੀ ਗੁਟਰੇਜਾ ਹੈ ਉਹ ਵੀ ਹੈ, ਜਿਹੜੀ ਵਾਤਾਵਰਨ ਪ੍ਰੇਮੀ ਹੈ। ਬਲਕਿ ਉਹਦੇ ਤੇ ਤਾਂ ਤੁਸੀਂ ਪਰਚਾ ਵੀ ਦਰਜ ਕਰਤਾ ਦਿੱਲੀ ਦੀ ਪੁਲਿਸ ਨੇ, ਜਿਵੇਂ ਆਮ ਇੱਥੇ ਹੈ ਨਾ ਵੀ ਹਰੇਕ ਨੂੰ ਡਰਾਉਣ ਲਈ। ਉਹਦੇ ਤੇ ਕੀ ਅਸਰ, ਉਹਨੇ ਰੀਟਵੀਟ ਕਰਤਾ ਦੁਬਾਰਾ ਕਿ ਮੈਂ ਇਹਦੇ ਤੇ ਖੜੀ ਹਾਂ। ਅਗਲੀ ਗੱਲ ਇਹ ਹੈ ਕਿ ਜਿਹੜੇ ਉਹ ਬੋਲੇ ਨੇ, ਉਹਨਾਂ ਨੇ ਇਹ ਨਹੀਂ ਕਿਹਾ ਕਿ ਖੇਤੀ ਦੇ ਕਾਨੂੰਨ ਠੀਕ ਨੇ ਜਾਂ ਗਲਤ ਨੇ, ਜਾਂ ਇਹਦੇ ਤੇ ਡਿਬੇਟ ਨਹੀਂ ਹੈ। ਉਹਨਾਂ ਨੇ ਕਿਹਾ ਮਨੁੱਖੀ ਅਧਿਕਾਰਾਂ ਦਾ ਸਵਾਲ। ਜਦੋਂ ਤੁਸੀਂ ਬਿਜਲੀ ਪਾਣੀ ਕੱਟ ਦਿੰਦੇ ਹੋ, ਜਦੋਂ ਤੁਸੀਂ ਐਡੇ ਵੱਡੇ ਰੋਕਾਂ ਉਹ ਦੇਖਦੇ ਨੇ, ਵੀਡੀਓ ਜਾ ਰਹੀਆਂ ਨੇ, ਫੋਟੋਆਂ ਜਾ ਰਹੀਆਂ ਨੇ ਕਿ 13 ਲੇਅਰ ਜਲਾਤੀਆਂ ਨੇ ਤੁਸੀਂ, ਅੱਗੇ ਕੰਡੇ ਵਾਲੀ ਤਾਰ ਵੜਤੀ ਹੈ, ਉੱਪਰ ਕੰਡੇ ਤੇ ਹੇਠਾਂ ਕਿੱਲ, ਉਹ ਸਾਰਾ ਕੁਝ ਕਰ ਰੱਖੇ ਹੈ, ਤੇ ਤੁਸੀਂ ਇੰਟਰਨੈਟ ਕੱਟਤਾ ਹੈ, ਸਾਰੀਆਂ ਸੁਵਿਧਾਵਾਂ ਕੱਟਤੀਆਂ। ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਐਂਗਲ ਤੋਂ ਇੱਕ ਗੱਲ ਕੀਤੀ ਹੈ ਉਹ। ਔਰ ਤੁਸੀਂ ਇਹ ਬਾਰ-ਬਾਰ ਬੋਲਦੇ ਹੋ, ਪ੍ਰਧਾਨ ਮੰਤਰੀ ਕਿੰਨੇ ਵਾਰ ਦਿੰਦੇ ਨੇ। ਇਦੋਂ ਪਹਿਲਾਂ ਅਸੀਂ ਇੱਕ ਵਡਿਆਉਂਦੇ ਹਾਂ ਬੜਾ, ਜਿਹੜੀ ਸਵਾਮੀ ਵਿਵੇਕਾਨੰਦ ਦਾ ਇੱਕ ਲੈਕਚਰ ਜਿਹੜਾ UNO ਦੇ ਉਹਦੇ 'ਚ ਦਿੱਤਾ ਗਿਆ, ਜਦੋਂ ਕਹਿੰਦੇ ਨੇ ਵਾਸੂਦੇਵ ਕੁਟੁੰਬਕਮ, ਉਹ ਕਹਿੰਦਾ ਸਮੁੱਚਾ ਸੰਸਾਰ ਸਾਡਾ ਦੇ ਪ੍ਰਤੀ ਸਾਡਾ ਹੋਇਆ ਸੀ, ਸਾਰੇ ਸੰਸਾਰ ਨੂੰ ਆਪਣਾ ਮੰਨਦੇ ਆ। ਤੇ ਉਹੀ ਗੁਰੂ ਨਾਨਕ ਦੀ ਧਾਰਨਾ ਜਿਹੜੀ ਸਰਬੱਤ ਦੇ ਭਲੇ ਦੀ ਹੈ, ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬਦੀ ਹੈ। ਜਦ ਕੋਈ ਬਾਹਰਲਾ ਬੰਦਾ ਇਨਸਾਨੀ ਐਂਗਲ ਤੋਂ ਹੋ ਰਹੇ ਧੱਕੇ ਦੇ ਖਿਲਾਫ ਆਵਾਜ਼ ਉਠਾਉਂਦਾ ਹੈ ਤਾਂ ਤੁਸੀਂ ਚੀਕ ਚਿਹਾੜਾ ਪਾ ਰਹੇ ਹੋ। ਇਹਦਾ ਮਤਲਬ ਤੁਹਾਡੀ ਥਾਟ, ਤੁਹਾਡੀ ਵਿਚਾਰਧਾਰਾ ਤੇ ਤੁਹਾਡੇ ਅਮਲ ਦੇ ਵਿੱਚ ਗੈਪ ਹੈ, ਕੋਈ ਤਾਂ ਉਹਦੇ 'ਚ ਤਾਲਮੇਲ ਨਹੀਂ ਆਪਸ ਦੇ ਵਿੱਚ। ਤੁਸੀਂ ਇੰਨਾ ਜ਼ਿਆਦਾ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ, ਜਾਂ ਤੰਗ ਨਜ਼ਰੀ ਦੇ ਵਿੱਚ, ਮਤਲਬ ਜੀ ਬਲਾਈਂਡਨੈਸ ਜਿਵੇਂ ਆ ਜਾਂਦੀ ਹੈ ਕਿ ਤੁਸੀਂ ਅੱਗੇ ਦੇਖਣਾ ਬੰਦ ਕਰ ਜਾਂਦੇ ਹੋ। ਇਸੇ ਕਰਕੇ ਜਦੋਂ ਇਹ ਤਾਂ ਹੋ ਗਿਆ ਤੁਹਾਡੇ ਦੇਸ਼ 'ਚ ਦਖਲ, ਜਦੋਂ ਉਹ ਬੰਦੇ ਇਹ ਕਹਿ ਰਹੇ ਨੇ, ਤੇ ਜਦੋਂ IMF ਬੋਲਦੀ ਹੈ ਕਿ ਤੁਹਾਡੇ ਕਾਨੂੰਨ ਠੀਕ ਨੇ, ਜਦੋਂ ਅਮਰੀਕਾ ਦੀ ਸਰਕਾਰ ਬੋਲਦੀ ਹੈ ਕਿ ਮਨੁੱਖੀ ਅਧਿਕਾਰਾਂ ਦਾ ਤਾਂ ਖਿਆਲ ਰੱਖੋ ਪਰ ਕਾਨੂੰਨ ਸੁਧਾਰ ਤੁਹਾਡੇ ਠੀਕ ਨੇ, ਉਦੋਂ ਤਾਂ ਕੋਈ ਚੀਕ ਚਿਹਾੜਾ ਨਹੀਂ ਪੈਂਦਾ। ਉਦੋਂ ਤੁਸੀਂ ਕਿਉਂ ਨਹੀਂ ਕਹਿੰਦੇ ਵੀ ਉਹ ਸਾਡੇ 'ਚ ਦਖਲ ਦੇ ਰਹੇ ਨੇ? ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਧਰਤੀ 'ਤੇ ਜਾ ਕੇ ਨਾਅਰੇ ਲਵਾਉਂਦਾ ਕਿ ਅਬ ਕੀ ਵਾਰ ਟਰੰਪ ਸਰਕਾਰ, ਉਦੋਂ ਕੋਈ ਦਖਲ ਨਹੀਂ ਹੈ ਤੁਹਾਡੇ ਸਾਰੇ। ਜਦੋਂ ਅਕਸ਼ੇ ਕੁਮਾਰ ਵਰਗਾ ਬੰਦਾ ਕੈਨੇਡੀਅਨ ਨਾਗਰਿਕ ਹੈ ਤੇ ਉਹ ਦੇਸ਼ ਭਗਤੀ ਦੀ ਨਸੀਹਤ ਦਿੰਦਾ, ਇੱਥੇ ਆ ਕੇ ਕੀ ਕਰਦੇ ਹੋ, ਤਾਂ ਫਿਰ ਤੁਸੀਂ ਕਿਹਦੇ ਫੇਵਰ 'ਚ ਹੋਏ, ਕਿਹੜਾ ਦੇਸ਼ ਭਗਤ ਹੋ ਯਾਰ? ਪੈਸੇ ਇੱਥੋਂ ਲੁੱਟੋ, ਕਮਾਈ ਇੱਥੋਂ ਕਰੋ, ਤੇ ਇੱਥੋਂ ਦੀ ਨਾਗਰਿਕਤਾ ਵੀ ਤੁਹਾਡੇ ਲਈ ਸੰਭਵ ਨਹੀਂ ਹੈ, ਤੇ ਤੁਸੀਂ ਨਸੀਹਤ ਕਿਹਦੇ ਤੋਂ ਲੈ ਰਹੇ ਹੋ ਤੇ ਕਿਹਨੂੰ ਦੇ ਰਹੇ ਹੋ? ਤੇ ਅੱਜ ਹੀ ਕੁਝ ਦੂਜੇ ਸਿਤਾਰੇ ਵੀ ਬੋਲੇ ਨੇ, ਪੰਜਾਬੀ ਤਾਂ ਖੈਰ ਪਹਿਲਾਂ ਹੀ ਸੀ, ਨਸੀਰੂਦੀਨ ਸਾਹਿਬ ਬੋਲੇ ਨੇ, ਤੇ ਉਹ ਕੁੜੀ ਤਾਪਸੀ ਪੰਨੂ ਬੋਲੀ ਹੈ, ਤੇ ਹੋਰ ਵੀ ਬੋਲੇ ਨੇ, ਦੂਜੇ ਪਾਸੇ ਵੀ ਉਹ ਬੋਲੇ ਨੇ। ਜਿਹੜੇ ਦੂਜੇ ਪਾਸੇ ਬੋਲਣਗੇ ਉਹਨਾਂ ਨੂੰ ਤੁਸੀਂ ਕਹੋਗੇ ਇਹ ਦੇਸ਼ ਧਰੋਹੀ ਨੇ,
ਜਿਹੜੇ ਤੁਹਾਡੇ ਪੱਖ 'ਚ ਠੀਕ ਹੈ, ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ 'ਚ ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਇਹੀ ਜਿਹੜੇ ਸਚਿਨ ਤੰਦੂਲਕਰ ਤੋਂ ਲੈ ਕੇ ਜਿਹੜੇ ਐਕਟਰ ਬੋਲੇ ਨੇ, ਇਹ ਇਦੋਂ ਪਹਿਲਾਂ ਕਿਉਂ ਨਹੀਂ ਬੋਲੇ? ਪਹਿਲਾਂ ਵੀ ਬੋਲ ਸਕਦੇ, ਆਪਣੀ ਰਾਏ ਰੱਖ ਸਕਦੇ ਸੀ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ। ਪਰ ਹੁਣ ਇਹ ਲੋਕਾਂ ਨੂੰ ਜੱਚ ਰਿਹਾ ਕਿ ਇਹ ਸਰਕਾਰ ਦੇ ਵੱਲੋਂ ਉਹਨਾਂ ਨੂੰ ਮਤਲਬ ਇੱਕ ਇਸ ਲੈਵਲ ਦੀ ਗੱਲ ਕਹੀ ਗਈ ਹੈ ਕਿ ਇਹਨਾਂ ਦਾ ਜਿਹੜਾ IT ਸੈੱਲ ਹੈ ਵੀ ਤੁਹਾਡੇ ਨਾਂ 'ਤੇ ਅਸੀਂ ਇਹ ਪਾ ਰਹੇ ਹਾਂ ਸਾਰਾ ਕੁਝ, ਤਾਂ ਉਹਨੂੰ ਬੋਲਣ ਲਈ, ਕਾਊਂਟਰ ਕਰਨ ਲਈ ਲਾਇਆ ਗਿਆ ਹੈ। ਜਿਹੜੀ ਇਹ ਗੱਲ ਹੁੰਦੀ ਹੈ ਕਿ ਕੋਈ ਕਿਸੇ ਤੁਹਾਨੂੰ ਪ੍ਰੇਰਿਤ ਕਰਕੇ ਆਪਣੀ ਬੋਲੀ ਬੁਲਵਾਉਣਾ ਚਾਹੁੰਦਾ ਹੈ, ਇਹ ਖਤਰਨਾਕ ਹੁੰਦੀ ਹੈ ਦੂਜੀ ਕਿਸੇ ਵੀ ਗੱਲ ਦੇ ਨਾਲੋਂ। ਇਹ ਲੜਾਈ ਨੇ ਇੱਕ ਗੱਲ ਕਰਤੀ ਹੈ, ਗੌਰਮੈਂਟ ਜੋ ਮਰਜ਼ੀ ਕਹੇ ਉਹ ਬਾਉਂਸ ਬੈਕ ਹੋ ਰਿਹਾ, ਉਹਨੂੰ ਉਲਟਾ ਹੀ ਪੈ ਰਿਹਾ। ਬਲਕਿ ਇੰਟਰਨੈਸ਼ਨਲ ਲੈਵਲ 'ਤੇ ਹੁਣ ਡਿਬੇਟਾਂ ਹੋਣ ਲੱਗ ਗਈਆਂ ਨੇ। 1,10,000 ਬੰਦੇ ਨੇ ਇੱਕ ਆਨਲਾਈਨ ਪਟੀਸ਼ਨ UK ਦੀ ਪਾਰਲੀਮੈਂਟ ਨੂੰ ਦਿੱਤੀ ਹੈ। ਉੱਥੇ ਇੱਕ ਰਵਾਇਤ ਹੈ ਕਿ ਜੇ 10,000 ਬੰਦਾ ਵੀ ਪਾਰਲੀਮੈਂਟ ਦੇ ਸਪੀਕਰ ਨੂੰ ਲਿਖ ਕੇ ਦਿੰਦਾ ਕਿ ਇਹਦੇ 'ਤੇ ਗੱਲ ਕਰੋ, ਤਾਂ ਉੱਥੇ ਗੱਲ ਕਰਦੇ ਨੇ ਉਹ। ਇਹ 1,10,000 ਅਗਲੇ UK ਦੀ ਪਾਰਲੀਮੈਂਟ 'ਚੋਂ ਡਿਸਕਸ ਹੋਊਗਾ। ਫਿਰ ਤੁਸੀਂ ਕੀ ਕਹੋਗੇ? UN ਦਾ ਸੈਕਟਰੀ ਜਨਰਲ ਬੋਲਿਆ, ਤੁਸੀਂ ਕੀ ਕਹੋਗੇ? ਟਰੂਡੋ ਬੋਲਿਆ, ਤੁਸੀਂ ਕੀ ਕਹੋਗੇ? ਉਹ ਤਾਂ ਚੀਜ਼ ਵਾਪਰਨੀ ਹੈ ਜਦ ਤੁਸੀਂ ਇਹੋ ਜਿਹਾ ਮਾਹੌਲ ਪੈਦਾ ਕਰਦੇ ਹੋ। ਔਰ ਇਸੇ ਕਰਕੇ ਇਹ ਹੈ ਕਿ ਇਹਨੂੰ ਰੋਕਿਆ ਵੀ ਨਹੀਂ ਜਾ ਸਕਦਾ। ਅਸੀਂ ਵੀ ਜਦੋਂ ਕੋਈ ਇਰਾਕ 'ਚ ਗੱਲ ਹੁੰਦੀ ਹੈ, ਕਿਤੇ ਗੱਲ ਹੁੰਦੀ ਹੈ, ਕਿਸੇ ਨਾਲ ਧੱਕਾ ਹੁੰਦਾ, ਇੱਥੇ ਬੈਠ ਕੇ ਬੋਲਦੇ ਹੀ ਨੇ ਲੋਕ, ਮੁਜ਼ਾਹਰੇ ਕਰਦੇ ਨੇ, ਪ੍ਰੋਟੈਸਟ ਕਰਦੇ ਨੇ। ਇਹ ਕੋਈ ਗਲਤ ਗੱਲ ਨਹੀਂ ਹੈ। ਇਹਨੂੰ ਦੇਸ਼ ਧਰੋਹੀ ਜਾਂ ਦੇਸ਼ ਦੇ ਉਹਦੇ ਵਿੱਚ ਕਹਿਣ ਦੀ ਜਿਹੜਾ ਮਤਲਬ ਹੈ, ਤੁਸੀਂ ਰੀਅਲ ਇਸ਼ੂ ਤੋਂ, ਬਿਲਾਂ ਤੋਂ, ਕਾਨੂੰਨਾਂ ਤੋਂ ਧਿਆਨ ਹਟਵਾ ਕੇ ਸਾਰੀ ਚਰਚਾ ਦੂਜੇ ਪਾਸੇ ਤੋਰਨਾ ਚਾਹੁੰਦੇ ਹੋ। ਇੱਕ ਕੱਲ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ 6 ਫਰਵਰੀ ਦੇ ਚੱਕਾ ਜਾਮ ਦਾ, ਤਾਂ ਉਸ 'ਚੋਂ ਕੀ ਸੰਭਾਵਨਾਵਾਂ ਉਪ ਸਕਦੀਆਂ ਨੇ? ਬਿਲਕੁਲ। ਇੱਕ ਜਿਹੜਾ ਬਿਰਤਾਂਤ 26 ਜਨਵਰੀ ਨੂੰ ਪੈਦਾ ਹੋ ਗਿਆ ਸੀ ਵੀ ਤਿਰੰਗੇ ਦੀ ਤੋਹੀਨ ਕਰਤੀ, ਜਿਹੜਾ ਇਹ ਕਿਹਾ ਜਾਂਦਾ ਤਿਰੰਗਾ ਪਤਾ ਨਹੀਂ ਪੈਰਾਂ 'ਚ ਰੋੜਤਾ। ਵੈਸੇ ਪੈਰਾਂ 'ਚ ਤਾਂ ਮੈਂ ਤਾਂ ਨਹੀਂ ਦੇਖਿਆ ਸਾਰੀਆਂ ਵੀਡੀਓ 'ਚ ਕਿਸੇ ਨੇ ਤਿਰੰਗਾ ਪੈਰਾਂ 'ਚ ਰੋੜਿਆ ਜਾਂ ਕੁਛ ਇਹੋ ਜਿਹੀ ਗੱਲ ਕੀਤੀ ਹੈ। ਉਹ ਜ਼ਬਰਦਸਤੀ ਉਸ ਲੈਵਲ ਦੀ ਗੱਲ ਕੀਤੀ ਜਾ ਰਹੀ ਹੈ। ਦੂਜੀ ਗੱਲ, ਉਸ ਨੂੰ ਲੈ ਕੇ ਇਹ ਕਿਹਾ ਜਾਣ ਲੱਗ ਗਿਆ ਸੀ ਲਗਾਤਾਰ ਕਿ ਖਾਲਿਸਤਾਨੀ ਨੇ, ਜਿਵੇਂ ਕਹਿੰਦੇ ਨਾ ਇੱਕੋ ਸਟੇਟ ਇਹਦੇ 'ਚ ਹੈ, ਦੂਜੀ ਹੈ ਨਹੀਂ। ਦੂਜੀ ਸਟੇਟ ਤੋਂ ਵੀ ਅੱਗੇ ਤੁਸੀਂ ਫਿਰ ਇਹ ਕਹਿਣ ਤੱਕ ਚਲੇ ਜਾਂਦੇ ਹੋ ਇੱਕੋ ਧਰਮ ਦੇ ਲੋਕ ਨੇ ਜਿਹੜੇ ਖਾਲਿਸਤਾਨੀ ਨੇ। ਪਰ ਇਹ ਅੰਦੋਲਨ 'ਤੇ ਉਹ ਗੱਲਾਂ ਚਿਪੀਆਂ ਨਹੀਂ ਜਿਹੜੀਆਂ ਪਹਿਲਾਂ ਤੋਂ ਤੁਸੀਂ ਖਾਲਿਸਤਾਨੀ, ਮਾਓਵਾਦੀ, ਪਾਕਿਸਤਾਨੀ, ਚਾਈਨੀ ਜੋ ਵੀ ਕਰਨਾ ਚਾਹੁੰਦੇ ਸੀ ਉਹ ਨਹੀਂ ਹੋਇਆ। ਔਰ ਜਿਹੜਾ ਉਦੋਂ ਬਾਅਦ ਜਿਹੜਾ ਟਕਾਇਤ ਦਾ ਇੱਕ ਐਲਾਨ ਸੀ, ਉਹਨੇ ਪਾਸਾ ਪਲਟਤਾ, ਉਹਨੇ UP ਤੇ ਹਰਿਆਣੇ ਨੂੰ ਵਿੱਚ ਖੜਾ ਕਰਤਾ ਬਹੁਤ ਵੱਡੇ ਪੱਧਰ ਤੇ ਲਿਆ ਕੇ, ਜਿਹੜੀ ਗੌਰਮੈਂਟ ਦੀ ਗੱਲ ਨਹੀਂ ਚੱਲਦੀ। 26 ਤੋਂ ਬਾਅਦ ਉਹ ਟਰੈਕਟਰ ਪਰੇਡ ਤੋਂ ਬਾਅਦ ਇਹ ਵੱਡਾ ਐਕਸ਼ਨ ਜਥੇਬੰਦੀਆਂ ਨੇ ਦਿੱਤਾ ਹੈ। ਇਹਦੇ ਤੋਂ ਵੀ ਇਹ ਸਾਬਤ ਹੋਣਾ ਕੱਲ੍ਹ ਦਿਆਂ ਤੋਂ ਕਿ ਕੀ ਇਹ ਅੰਦੋਲਨ ਇਕੱਲਾ ਪੰਜਾਬ ਦਾ, ਕੀ ਇਹਦਾ ਕੋਈ ਹਰਿਆਣੇ 'ਚ ਬਾਕੀ ਜਗ੍ਹਾ। ਹਾਲਾਂਕਿ ਇਦੋਂ ਪਹਿਲਾਂ ਵੀ ਮੁੰਬਈ ਦੇ ਆਜ਼ਾਦ ਮੈਦਾਨ 'ਚ ਬਹੁਤ ਵੱਡੀ ਰੈਲੀ ਹੋਈ। ਨਾਸਿਕ ਤੋਂ ਮੁੰਬਈ ਤੱਕ ਲੋਕ 15,000 ਤੋਂ ਵੱਧ ਤਾਂ ਪੈਦਲ ਤੁਰ ਕੇ ਗਏ ਸੀ ਇੱਕ ਹਫ਼ਤੇ ਦੇ ਦੌਰਾਨ, ਤੇ ਉੱਥੇ ਗਏ। 12-13 ਲੱਖ ਦਾ ਬੰਗਲੌਰ ਦੇ ਵਿੱਚ ਰੈਲੀ ਹੋਈ, ਤਾਮਿਲਨਾਡੂ ਦੇ ਵਿੱਚ ਰੈਲੀ ਹੋਈ, ਵੱਖ-ਵੱਖ ਸਟੇਟਾਂ 'ਚ ਸਾਰੇ ਕਿਤੇ ਰੈਲੀਆਂ ਉਸ ਲੈਵਲ 'ਤੇ ਹੋ ਰਹੀਆਂ ਨੇ। ਇਹ ਕਿਸਾਨੀ ਅੰਦੋਲਨ ਦੇ ਵਿੱਚ, ਕਿਸਾਨੀ ਨਹੀਂ ਬਲਕਿ ਜਨਤਕ ਅੰਦੋਲਨ ਦੇ ਰੂਪ ਦੇ ਵਿੱਚ ਉਹ ਹੋ ਰਿਹਾ ਸਾਰਾ ਕੁਛ, ਉਹ ਇੱਕ ਅਲੱਗ ਹੈ। ਪਰ ਕੱਲ੍ਹ ਦਾ ਜਿਹੜਾ 3 ਘੰਟਿਆਂ ਦਾ ਜਾਮ ਹੈ, ਇਸ ਅੰਦੋਲਨ ਦੇ ਬਾਰੇ, ਇਸ ਅੰਦੋਲਨ ਦੀ ਸਾਰਥਕਤਾ ਦੇ ਬਾਰੇ, ਇਸ ਅੰਦੋਲਨ ਦੇ ਟਿਕਾਊਪਣ ਬਾਰੇ ਵੀ ਇੱਕ ਮੈਸੇਜ ਕਨਵੇ ਕਰੇਗਾ ਦੇਸ਼ ਦੇ ਵਿੱਚ ਕਿ ਉਹ ਕਿਵੇਂ ਚੱਲਣਾ, ਕਿਸ ਤਰੀਕੇ ਨਾਲ ਜਾਣਾ। ਕਿਸਾਨ ਅੰਦੋਲਨ ਬਾਰੇ ਪੁੱਛੇ ਜਾਣ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਸਿਰਫ ਇੱਕ ਫੋਨ ਕਾਲ ਦੀ ਦੂਰੀ 'ਤੇ ਹਨ। ਫਿਰ ਗੱਲਬਾਤ ਦੀ ਸ਼ੁਰੂਆਤ ਕਿਉਂ ਨਹੀਂ ਹੋ ਰਹੀ? ਹਾਂ ਬਿਲਕੁਲ, ਪ੍ਰਧਾਨ ਮੰਤਰੀ ਨੇ ਜਿਵੇਂ ਆਮ ਗੱਲ ਕਰਦੇ ਨੇ ਸਟਾਈਲ ਦੇ ਵਿੱਚ ਕਿ ਇੰਨੀ ਕੁ ਦੂਰੀ ਹੈ, ਪਰ ਕੁਐਸਚਨ ਇਹੀ ਹੈ ਕਿ ਉਹ ਫੋਨ ਕਾਲ ਕਿੱਥੇ ਹੈ। ਅੱਜ ਪਾਰਲੀਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਨੇ, ਉਹਨੇ ਸੰਜੇ ਸਿੰਘ ਨੇ ਕਿਹਾ ਹੈ ਕਿ ਜਿਹੜੀ ਉਹ ਕਾਲ ਹੈ ਤੁਸੀਂ ਕਰਦੇ ਕਿਉਂ ਨਹੀਂ ਹੁਣ ਤੱਕ? ਫਿਰ ਜੇ ਇੱਕ ਕਾਲ ਦੀ ਦੂਰੀ 'ਤੇ ਹੈ, ਤੁਸੀਂ ਕਾਲ ਕਰੋ ਤੇ ਬੁਲਾ ਲਓ ਤਾਂ ਕਿ ਮੀਟਿੰਗ ਸ਼ੁਰੂ ਹੋ ਜੇ। ਜਾਂ ਉਧਰ ਰਾਕੇਸ਼ ਟਕੈਤ ਨੇ ਕਿਹਾ ਕਿ ਉਹ ਨੰਬਰ ਦੱਸ ਦਿਓ ਜਿਹਦੇ 'ਤੇ ਅਸੀਂ ਕਾਲ ਕਰ ਲਈਏ ਤਾਂ ਕਿ ਕਾਲ ਕਿਸੇ 'ਤੇ ਤਾਂ ਜਾਵੇ। ਅੱਜ ਤੱਕ ਪ੍ਰਧਾਨ ਮੰਤਰੀ ਦਾ ਜਿਹੜਾ 6-7 ਸਾਲਾਂ ਦਾ ਤਜਰਬਾ ਹੈ, ਮਤਲਬ ਪੁਰਾਣਾ ਰਵਾਇਤ ਹੈ, ਉਹ ਇਹ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਸੁਣਾਈ ਹੈ, ਆਪਣੇ ਵੱਲੋਂ ਕਦੇ ਆਪਣੇ ਆਪ ਨੂੰ ਸਵਾਲਾਂ ਦੇ ਲਈ ਤਿਆਰ ਨਹੀਂ ਕੀਤਾ, ਕਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕਦੇ ਕੋਈ ਇਹੋ ਜਿਹੀ ਇੰਟਰਵਿਊ ਨਹੀਂ ਦਿੱਤੀ ਜਿਹੜੀ ਮੈਨੇਜਡ ਨਾ ਹੋਵੇ ਕਿ ਕਿਸੇ ਵੀ ਕੋਈ ਦੂਜਾ ਪੱਤਰਕਾਰ ਗੱਲ ਕਰ ਲੇ ਉਸ ਮਾਮਲੇ ਦੇ ਉੱਤੇ। ਤੇ ਤੁਸੀਂ ਦੂਜੀ ਦੀ ਗੱਲ ਸੁਣਨ ਦੀ ਗੱਲ ਹੀ ਨਹੀਂ ਕਰ ਰਹੇ ਕਿਸੇ ਵੀ ਰੂਪ ਦੇ ਵਿੱਚ। ਇਸ ਕਰਕੇ ਉਹ ਤਾਂ ਇੱਕ ਉਸ ਲੈਵਲ ਦੀ ਜੁਮਲੇਬਾਜ਼ੀ ਬਣ ਗਈ ਕਿ ਜੀ ਠੀਕ ਹੈ ਜੀ, ਇੱਕ ਫੋਨ ਕਾਲ ਦੂਰ। ਪਰ ਠੀਕ ਹੈ, ਜੇ ਸਰਕਾਰ ਚਾਹੁੰਦੀ ਹੁੰਦੀ ਜਾਂ ਚਾਹੁੰਦੀ ਹੈ, ਹੁਣ ਪਾਰਲੀਮੈਂਟ ਦਾ ਸੈਸ਼ਨ ਵੀ ਚੱਲ ਰਿਹਾ ਤੇ ਗੱਲਬਾਤ ਕਰਕੇ ਮਾਮਲਾ ਨਿਬੜੂਗਾ ਤਾਂ ਗੱਲਬਾਤ ਰਾਹੀਂ ਹੋ, ਅੱਜ ਨਿਬੜੇ ਜਾਂ ਕੱਲ੍ਹ ਨਿਬੜੇ। ਨਹੀਂ ਤਾਂ ਇਹ ਅੰਦੋਲਨ ਲੰਮਾ ਚੱਲਦਾ ਤੇ ਕੱਲ੍ਹ ਦੀ ਮਹਾਪੰਚਾਇਤ ਦੇ ਵਿੱਚ ਇਹ ਕਿਹਾ ਜਾ ਚੁੱਕਿਆ ਕਿ ਅਕਤੂਬਰ ਤੱਕ ਵੀ ਟਾਰਗੇਟ ਰੱਖੋ, ਹੋ ਸਕਦਾ ਅਕਤੂਬਰ ਤੱਕ ਇਹ ਸਾਨੂੰ ਰਹਿਣਾ ਪਵੇ ਇੱਥੇ ਹੀ। ਤੇ ਤੁਸੀਂ ਲੋਕਾਂ ਨੂੰ ਥਕਾ ਦੇਣਾ ਚਾਹੁੰਦੇ ਹੋ, ਲੋਕਾਂ 'ਚ ਫੁੱਟ ਪਾ ਦੇਣਾ ਚਾਹੁੰਦੇ ਹੋ। ਇਹ ਲੜਾਈਆਂ ਸ਼ੋਭਾ ਨਹੀਂ ਦਿੰਦੀਆਂ ਜਮਹੂਰੀ ਤਰੀਕੇ ਦੇ ਵਿੱਚ। ਔਰ ਇਤਿਹਾਸ ਵੀ ਇਹਨਾਂ ਗੱਲਾਂ ਦਾ ਗਵਾਹ ਹੈ ਕਿ ਵੱਡੇ ਵੱਡੇ ਜਿਹੜੇ
ਘੱਲੂਘਾਰਿਆਂ ਦੇ ਵਿੱਚ ਵੀ ਲੋਕਾਂ ਦੀਆਂ ਆਵਾਜ਼ਾਂ ਨੂੰ ਕੇਵਲ ਜ਼ਬਰਦਸਤੀ ਨਹੀਂ ਦਬਾਇਆ ਜਾ ਸਕਦਾ। ਔਰ ਇਹ ਇਤਫਾਕ ਹੈ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ 5 ਫਰਵਰੀ 1762 ਵੱਡੇ ਘੱਲੂਘਾਰੇ ਦਾ ਦਿਨ ਹੈ, ਜਦੋਂ 5 ਫਰਵਰੀ 1762 ਨੂੰ ਅਬਦਾਲੀ ਦੀਆਂ ਫੌਜਾਂ ਨੇ ਇੱਥੇ ਸਰਹੰਦ ਤੋਂ ਲੈ ਕੇ ਸਾਰੇ ਨਵਾਬਾਂ ਦੀ ਫੌਜਾਂ ਦੇ ਨਾਲ ਮਿਲ ਕੇ, ਔਰ ਸਾਰੇ ਉਦੋਂ ਕੁਪਰਹੀੜਾ ਸੰਗਰੂਰ ਦੇ ਵਿੱਚ ਪੈਂਦਾ ਜਿੱਥੇ ਯਾਦਗਾਰ ਵੀ ਬਣੀ ਹੋਈ ਹੈ, ਉਹ 20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਦਿਨ ਦੇ ਅੰਦਰ 30,000 ਬੱਚਾ ਬਜ਼ੁਰਗ ਮਾਈਆਂ ਸ਼ਹੀਦ ਕਰਤੇ ਸੀ। ਤੇ ਉਹਦੇ ਚੋਂ ਬਹੁਤ ਥੋੜੇ ਲੋਕ, ਅੱਧੇ ਲੋਕ ਬਚੇ ਸੀ, ਅੱਧੇ ਲਗਭਗ ਮਾਰੇ ਜਾ ਚੁੱਕੇ ਸੀ ਉਸ ਸਮੇਂ ਜਿਹੜੇ ਉੱਥੇ ਮੌਜੂਦ ਸੀ। ਉਹ ਵੀ ਲੜਾਈ ਦੇ ਮੈਦਾਨ ਦੇ ਵਿੱਚ ਲਾਸਟ ਤੱਕ ਰਹੇ ਤੇ ਉਹਨਾਂ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ, ਵਾਹਿਗੁਰੂ ਕੱਚੇ ਪਿੱਲੇ ਝੜ ਗਏ, ਹੁਣ ਸਾਨੂੰ ਸਮੱਤ ਬਖਸ਼ੀ। ਔਰ ਕਿਹਾ ਜਾਂਦਾ ਕਿ ਉਦੋਂ ਬਾਅਦ ਉਹਨਾਂ ਨੇ ਵੀ ਅਬਦਾਲੀ ਨੂੰ ਵਾਪਸ ਮੁੜਨ ਲਈ ਮਜਬੂਰ ਕਰਤਾ ਤੇ ਉਦੋਂ ਬਾਅਦ ਫਿਰ ਜਾ ਕੇ ਚੱਲਿਆ ਉਦੋਂ ਬਾਅਦ ਅਗਲੀ ਸਦੀ ਦੇ ਵਿੱਚ, ਫਿਰ 19ਵੀਂ ਸਦੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆ ਜਾਂਦਾ ਤੇ ਬਾਕੀ ਦੀਆਂ ਚੀਜ਼ਾਂ ਆਉਂਦੀਆਂ ਨੇ। ਇਸ ਕਰਕੇ ਇਤਿਹਾਸ ਬਹੁਤ ਕੁਝ ਦੱਸਦਾ ਹੁੰਦਾ ਹੈ ਕਿ ਤੁਸੀਂ ਬਾਰ-ਬਾਰ ਉਹਨਾਂ ਹੁਕਮਰਾਨਾਂ ਤੋਂ ਵੀ ਸਬਕ ਨਹੀਂ ਸਿੱਖ ਰਹੇ ਜਿਨ੍ਹਾਂ ਨੇ ਜ਼ਬਰਦਸਤੀ ਰਾਜ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹ ਤਾਂ ਫਿਰ ਡੈਮੋਕ੍ਰੇਸੀ ਹੈ। ਤੁਸੀਂ ਹਿੰਦੁਸਤਾਨ ਨੂੰ ਸਭ ਤੋਂ ਵੱਡਾ ਜਮਹੂਰੀ ਮੁਲਕ ਕਹਿੰਦੇ ਹੋ ਤੇ ਸਭ ਤੋਂ ਵੱਡੇ ਜਮਹੂਰੀ ਮੁਲਕ ਦੇ ਵਿੱਚ ਤਾਂ ਲੋਕਾਂ ਦੀਆਂ ਆਵਾਜ਼ਾਂ ਦੀ ਕਦਰ ਕਰਨਾ, ਉਹਨਾਂ ਦੀ ਗੱਲ ਸੁਣਨਾ ਤੇ ਗੱਲ ਸੁਣ ਕੇ ਬਹੁਗਿਣਤੀ ਜੇਕਰ ਤੁਹਾਨੂੰ ਇਹ ਲੱਗਦਾ ਉਹਨਾਂ ਦੀਆਂ ਕਿੰਨੀਆਂ ਗੱਲਾਂ 'ਚ ਦਲੀਲ ਹੈ, ਤੁਸੀਂ ਕਹਿ ਰਹੇ ਹੋ ਕਿ ਅਸੀਂ ਕਿਸਾਨਾਂ ਨੂੰ ਨਹੀਂ ਦੇਣਾ ਜੀ, ਕਾਨੂੰਨ ਤੁਹਾਡੇ ਪੱਖ ਦੇ ਵਿੱਚ ਨੇ, ਸਾਨੂੰ ਪਤਾ ਹੈ, ਤੁਹਾਨੂੰ ਪਤਾ ਹੋਵੇ ਕਾਨੂੰਨ ਦੇ ਪੱਖ 'ਚ ਨੇ, ਜਿਹਦੇ ਤੇ ਲਾਗੂ ਕਰਨਾ ਜੇ ਉਹਨੂੰ ਨਹੀਂ ਪਸੰਦ ਤਾਂ ਤੁਸੀਂ ਸਗੋਂ ਉਦੋਂ ਰੋਕ ਲਓ। ਤੁਸੀਂ ਜ਼ਬਰਦਸਤੀ ਫਾਇਦਾ ਕਰਕੇ ਕੀ ਲੈਣਾ? ਮੈਨੂੰ ਕੋਈ ਤੋਹਫਾ ਦੇ ਰਹੇ ਹੋ, ਤੁਸੀਂ ਕਹਿ ਰਹੇ ਹੋ ਵੀ ਤੈਨੂੰ ਦੇਣਾ ਹੀ ਦੇਣਾ ਹੈ ਤਾਂ ਤੋਹਫਾ, ਮੈਂ ਨਹੀਂ ਲੈਣਾ ਚਾਹੁੰਦਾ। ਤੁਸੀਂ ਕਹੋ ਵੀ ਭਾਈ ਤੂੰ ਨਹੀਂ ਲੈਣਾ ਚਾਹੁੰਦਾ ਤਾਂ ਨਾ ਸਹੀ, ਅਸੀਂ ਨਹੀਂ ਦਿੰਦੇ, ਤੁਸੀਂ ਆਪਣਾ ਤੋਹਫਾ ਆਪਣੇ ਕੋਲੇ ਰੱਖੋ, ਕਿਉਂ ਖਰਾਬ ਕਰ ਰਹੇ ਹੋ ਸਾਰੀਆਂ ਚੀਜ਼ਾਂ? ਇਸੇ ਕਰਕੇ ਇਹ ਇੱਕ ਅੜੀ ਦੀ ਗੱਲ ਹੈ। ਨਾ ਕਿ ਅਮਿਤ ਸ਼ਾਹ ਨੇ ਕਿਸਾਨ ਆਗੂਆਂ ਦੀ ਮੀਟਿੰਗ ਦੇ ਵਿੱਚ ਇਹ ਕਿਹਾ ਸੀ ਕਿ ਤੁਹਾਡੇ ਨਾਲ ਕੰਸਲਟ ਨਹੀਂ ਕੀਤਾ, ਗਲਤੀ ਤਾਂ ਸਾਡੇ ਤੋਂ ਹੋਈ ਹੈ ਪਰ ਹੁਣ ਅਸੀਂ ਵਾਪਸ ਨਹੀਂ ਹੋਵਾਂਗੇ। ਜੇ ਗਲਤੀ ਤੁਹਾਡੇ ਤੋਂ ਹੋਈ ਹੈ ਤਾਂ ਵਾਪਸ ਕਿਉਂ ਨਹੀਂ ਹੋਵੋਗੇ ਭਾਈ ਸਾਹਿਬ? ਇਹ ਤਾਂ ਕੋਈ ਜਮਹੂਰੀਅਤ ਨਹੀਂ ਫਿਰ। ਇਸ ਲਈ ਜਮਹੂਰੀਅਤ ਇਹ ਮੰਗ ਕਰਦੀ ਹੈ ਕਿ ਜਿੱਡਾ ਵੱਡਾ ਕੌਮਾਂਤਰੀ ਪੱਧਰ 'ਤੇ, ਜਿੱਡਾ ਵੱਡਾ ਦੇਸ਼ ਪੱਧਰ 'ਤੇ, ਜਿੱਡਾ ਵੱਡਾ ਪਾਰਲੀਮੈਂਟ ਦੇ ਅੰਦਰ ਸੜਕ ਤੋਂ ਪਾਰਲੀਮੈਂਟ ਤੱਕ ਇਹ ਮੁੱਦਾ ਬਣ ਚੁੱਕਿਆ ਹੈ, ਉਸ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਰਕਾਰ ਨੂੰ ਇਸ ਪੱਖ ਤੋਂ ਕੰਮ ਲੈਣਾ ਚਾਹੀਦਾ, ਸੰਵੇਦਨਾ ਤੋਂ ਕੰਮ ਲੈਣਾ ਚਾਹੀਦਾ ਤੇ ਇਸ ਅੰਦੋਲਨ ਦਾ ਨਿਬੇੜਾ ਕਰਨਾ ਚਾਹੀਦਾ ਤੇ ਕਿਸਾਨਾਂ ਦੀ ਮੰਗ ਮੰਨ ਕੇ ਦੇਸ਼ ਦੇ ਵਿੱਚ ਇੱਕ ਅਮਨ ਸ਼ਾਂਤੀ ਦਾ ਜਿਹੜਾ ਮਾਹੌਲ, ਹਾਲਾਂਕਿ ਅੰਦੋਲਨ ਅਮਨ ਸ਼ਾਂਤੀ 'ਤੇ ਖੜਾ, ਇੰਨੇ ਲੰਮੇ ਸਮੇਂ ਤੋਂ ਕਿਸੇ ਦੇ ਝਰੀਟ ਨਹੀਂ ਵੱਜੀ, ਇਹਨੂੰ ਉਧਰ ਤੋਰਨਾ ਨਹੀਂ ਚਾਹੀਦਾ ਜਿੱਧਰ ਨੂੰ ਸਰਕਾਰ ਤੋਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਬੜਾ ਗਲਤ ਡਾਇਰੈਕਸ਼ਨ ਹੁੰਦੀ ਹੈ। ਔਰ ਇਸੇ ਕਰਕੇ ਇਹ ਕਿਹਾ ਜਾਂਦਾ ਕਿ ਜਿਹੜੀ ਇਹ ਸਰਕਾਰ ਸੀ ਇਹ ਘੱਟੋ ਘੱਟ ਹਿੰਦੂ ਮੁਸਲਿਮ ਬਣਾ ਕੇ ਤਾਂ ਤਿਆਰ ਸੀ। ਉਹ ਕਹਿੰਦੇ, ਲੋਕ ਇਹ ਕਹਿਣ ਲੱਗ ਗਏ ਨੇ ਕਿ ਇਹ ਪਰਚਾ ਜਿਹੜਾ ਹੁਣ ਆ ਗਿਆ ਇਹ ਸਿਲੇਬਸ ਤੋਂ ਬਾਹਰੋਂ ਆ ਗਿਆ। ਅਸਲ 'ਚ ਇਹਦਾ ਉਹਨਾਂ ਨੂੰ ਹੱਲ ਨਹੀਂ ਪਤਾ ਲੱਗ ਰਿਹਾ। ਜੇ ਸਿਲੇਬਸ ਤੋਂ ਬਾਹਰੋਂ ਆ ਜੇ ਤਾਂ ਜਿਹੜੇ ਉੱਥੇ ਫਿਰਦੇ ਹੁੰਦੇ ਨੇ ਵਿਦਵਾਨ, ਉਹਨਾਂ ਦੀ ਗੱਲ ਮੰਨ ਕੇ ਸੋਲਵ ਕਰ ਲੈਣਾ ਚੰਗੀ ਗੱਲ ਹੁੰਦੀ ਹੈ। ਦੁਬਾਰਾ ਉਹੀ ਪਰਚਾ ਉਹੀ ਸਵਾਲ ਪਾਏ ਜਾਣ, ਇਹਦੀ ਜਿੱਦ ਨਹੀਂ ਕਰਨ ਦੀ ਲੋੜ ਪੈਂਦੀ। ਵੇਲੇ ਦੀ ਗੱਲ ਵਿੱਚ ਚਰਚਾ ਅੱਜ ਇੱਥੋਂ ਤੱਕ ਹੀ। ਫਿਲਹਾਲ ਇਜਾਜ਼ਤ ਦਿਓ। ਸ਼ੁਕਰੀਆ।